ਤੇ ਅੱਜ ਦੇ ਆਧੁਨਿਕ ਯੁੱਗ ਦੇ ਅਨੁਸਾਰ ਅਸੀਂ ਇੱਕ ਨਵਾਂ ਮਾਡਲ ਘੜ ਸਕਦੇ ਹਾਂ, ਕ੍ਰੀਏਟ ਕਰ ਸਕਦੇ ਹਾਂ। ਇਸ ਗੱਲ ਖਾਤਰ ਤੁਹਾਡੀ ਸ਼ਮੂਲੀਅਤ ਬਹੁਤ ਜ਼ਿਆਦਾ ਜ਼ਰੂਰੀ ਆ। ਵੀ ਜਿਹੜੇ ਮੰਝੇ ਹੋਏ ਜਾਂ ਪੁਰਾਣੇ ਪੋਲੀਟੀਸ਼ੀਅਨ ਆ ਪੰਜਾਬ ਦੇ, ਮੈਂ ਉਹਨਾਂ ਨੂੰ ਹੱਥ ਵੱਢ ਕੇ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ, ਕਿਉਂਕਿ ਮੈਂ ਇਹੀ ਕਹਿ ਰਿਹਾ ਵੀ ਤੁਹਾਡੇ ਸਾਰੇ ਤਾਨੇ ਮਿਹਣੇ ਸਿਰ ਮੱਥੇ ਜੋ ਮਰਜ਼ੀ ਕਹਿ ਲਓ, ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ। RSS ਦਾ ਬੰਦਾ ਜਾਂ ਫਲਾਣੇ ਗੱਲ ਕਰ ਰਿਹਾ ਜਾਂ ਕਿੱਧਰ ਨੂੰ ਲਿਜਾ ਰਿਹਾ, ਕਿਸੇ ਹੋਰ ਪਾਸੇ ਨਹੀਂ ਲਿਜਾ ਰਹੇ। ਹਜੇ ਆਪਾਂ ਕਿਸਾਨੀ ਤੇ ਹੀ ਖੜੇ ਹਾਂ। ਵਿਰਸਾ ਲਾਈਵ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੰਭੂ ਮੋਰਚੇ ਤੋਂ ਬੀਤੇ ਦਿਨੀ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਦਾ ਨਾਂ ਹੈ ਵਾਰਿਸ ਪੰਜਾਬ ਦੇ, ਜਿਸ ਦੇ ਵਿੱਚ ਖੁਦ ਮੁਖਤਿਆਰ ਪੰਜਾਬ ਤੇ ਖੁਸ਼ਹਾਲ ਕਿਸਾਨੀ ਲਈ ਪੰਜਾਬ ਦੇ ਸਭਨਾ ਵਾਰਸਾਂ ਨੂੰ ਵਾਰਿਸ ਪੰਜਾਬ ਦੇ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਦੀ ਜਾਣਕਾਰੀ ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਲਾਈਵ ਹੋ ਕੇ ਦਿੱਤੀ ਤੇ ਇਸ ਦੇ ਨਾਲ ਹੀ ਇਸ ਮੁਹਿੰਮ ਬਾਰੇ ਖੁੱਲ੍ਹ ਕੇ ਗੱਲਾਂ ਕੀਤੀਆਂ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਤੁਸੀਂ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ। ਮੈਂ ਰੂਬਰੂ ਇਸ ਕਰਕੇ ਹੋਇਆ ਵੀ ਕਾਫੀ ਪੰਜਾਬ ਦੇ ਸੀਨੀਅਰ ਪੋਲੀਟੀਸ਼ੀਅਨ ਜਾਂ ਹੋਰ ਜਿਹੜੀਆਂ ਪੰਜਾਬ ਦੀਆਂ ਸ਼ਖਸੀਅਤਾਂ, ਜਿਨ੍ਹਾਂ ਨੂੰ ਹੋ ਸਕਦਾ ਥੋੜ੍ਹੀ ਬਹੁਤ ਮਿਸਅੰਡਰਸਟੈਂਡਿੰਗ ਹੋਵੇ ਮੇਰੇ ਪ੍ਰਤੀ ਜਾਂ ਸ਼ੰਭੂ ਮੋਰਚੇ ਪ੍ਰਤੀ, ਤਾਂ ਇਹ ਗੱਲ ਆਪਾਂ ਕਲੀਅਰ ਕਰ ਲਈਏ ਵੀ ਉਹ ਮਿਸਅੰਡਰਸਟੈਂਡਿੰਗ ਆ ਜਿਹੜੀ, ਜਾਂ ਤੁਸੀਂ ਮੇਰੇ ਵਿਰੁੱਧ ਬੜਾ ਕੁਝ ਬੋਲ ਰਹੇ ਹੋ। ਤੇ ਮੈਂ ਇਹ ਕਹਿਣਾ ਚਾਹੁੰਦਾ ਵੀ ਤੁਹਾਡੀ ਹਰ ਲਫ਼ਜ਼ ਨੂੰ, ਤੁਹਾਡੇ ਹਰ ਮਿਹਣੇ ਨੂੰ, ਤਾਨੇ ਨੂੰ, ਤੋਹਮਤ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਦਾ। ਮੇਰੇ ਵੱਲੋਂ ਇੱਕ ਵੀ ਲਫ਼ਜ਼ ਤੁਹਾਡੇ ਖਿਲਾਫ ਨਹੀਂ ਬੋਲਿਆ ਜਾਊਗਾ, ਕਿਉਂਕਿ ਮੇਰੀ ਲੜਾਈ ਜਾਂ ਸਾਡੀ ਲੜਾਈ ਕਿਸਾਨੀ ਦੇ ਘੋਲ 'ਚ, ਇਸ ਲੜਾਈ ਨੂੰ ਅਸੀਂ ਦਿੱਲੀ ਨਾਲ ਲੜ ਰਹੇ ਹਾਂ। ਸਾਡੀ ਲੜਾਈ ਦਿੱਲੀ ਨਾਲ ਆ। ਸ਼ੰਭੂ ਤੋਂ ਬੈਠੇ ਉਧਰਲੇ ਪਾਸੇ ਨੂੰ ਘੱਗਰ ਦਰਿਆ ਦੇ ਜਿਹੜੇ ਅਗਲੇ ਪਾਸੇ ਦਿੱਲੀ ਬੈਠੀ ਆ ਉਹਨਾਂ ਨਾਲ, ਆਪਦਿਆਂ ਨਾਲ ਕਾਹਦੀ ਲੜਾਈ ਆ ਸਾਡੀ। ਸੋ ਆਪਦਿਆਂ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਆ, ਕੋਈ ਲੜਾਈ ਨਹੀਂ ਆ। ਸੋ ਇਸ ਕਰਕੇ ਤੁਸੀਂ ਜੋ ਕਹਿ ਰਹੇ ਹੋ ਸਿਰ ਮੱਥੇ। ਜਦੋਂ ਮੈਂ ਕਹਿ ਰਿਹਾ ਦਿੱਲੀ ਨਾਲ ਲੜਾਈ ਆ, ਹੁਣ ਇਹਦਾ ਆਪਾਂ ਮਤਲਬ ਸਮਝਦੇ ਹਾਂ। ਅੱਜ ਅਸੀਂ ਇੱਥੇ ਖੜੇ ਆ, ਸਾਡੇ ਕਿਸਾਨੀ ਦੇ ਮਸਲੇ ਆ, ਪੰਜਾਬ ਦੇ ਜਿਹੜੇ ਆਪਾਂ ਇਹ ਕਹਿ ਲਈਏ ਇਕੋਲੋਜੀਕਲ ਵਾਤਾਵਰਨ ਨਾਲ ਸੰਬੰਧਿਤ ਮਸਲੇ ਆ, ਜਿਹੜਾ ਸਾਡੀ ਜ਼ਮੀਨ ਨਾਲ ਸੰਬੰਧਿਤ ਆ। ਇਹ ਉਦੋਂ ਤੱਕ ਹੱਲ ਨਹੀਂ ਹੋਣੇ ਜਦੋਂ ਤੱਕ ਪੰਜਾਬ ਕੋਲੇ ਇੱਕ ਪੰਜਾਬ ਸੈਂਟਰਿਕ ਕਿਸਾਨੀ ਦਾ ਆਪਦਾ ਮਾਡਲ ਨਾ ਹੋਵੇ। ਕਿਸਾਨੀ ਦੇ ਘੋਲ 'ਚ ਇੱਕ ਗੱਲ ਅਸੀਂ ਸਾਹਮਣੇ ਆ ਗਈ ਆ, ਇਹ ਵੀ ਪੰਜਾਬ ਕੋਲੇ ਜਿਹੜਾ ਆਪਦਾ ਪੰਜਾਬ ਕੇਂਦਰਿਤ ਇੱਕ ਆਪਦਾ ਮਾਡਲ ਸੀ, ਜਿਹਦੇ 'ਚ ਅਸੀਂ ਫਸਲਾਂ ਵੀ ਉਹੀ ਬੀਜਦੇ ਸੀ ਜੋ ਸਾਨੂੰ ਬੀਜਣੀਆਂ ਚਾਹੀਦੀਆਂ। ਇੱਥੇ ਵਪਾਰ ਵੀ ਉਸ ਪਾਸੇ ਹੁੰਦਾ ਸੀ ਜਿਹੜਾ ਵਪਾਰ ਸਾਨੂੰ ਲਾਹੇਵੰਦ ਆ। ਉੱਥੇ ਕਿਸਾਨਾਂ ਦੇ ਤੇ ਮਜ਼ਦੂਰਾਂ ਦੇ ਹੱਕ ਜਾਂ ਉਹਨਾਂ ਦੇ ਫੈਸਲੇ ਲੈਣ ਦਾ ਹੱਕ ਪੰਜਾਬ ਕੋਲੇ ਜਾਂ ਕਿਸਾਨਾਂ ਕੋਲੇ ਹੁੰਦਾ ਸੀ। ਇਹ 1849 'ਚ ਸਾਡੇ ਕੋਲੇ ਲਾਸਟ ਉਸ ਸਾਲ ਤੱਕ ਸਾਡੇ ਕੋਲੇ ਰਿਹਾ। ਉਸ ਤੋਂ ਬਾਅਦ ਪੰਜਾਬ 'ਚ ਬ੍ਰਿਟਿਸ਼ਰਸ ਆ ਗਏ ਜਾਂ ਕਹਿ ਲਓ ਅੰਗਰੇਜ਼ ਹਕੂਮਤ ਆ ਗਈ, ਤਾਂ ਕਿਸਾਨੀ ਦਾ ਮਾਡਲ ਉਹਨਾਂ ਨੇ ਆਪਦੀ ਹਕੂਮਤ ਜਾਂ ਆਪਦੀ ਲੋੜ ਦੇ ਹਿਸਾਬ ਨਾਲ ਘੜਤਾ। ਉਹਨਾਂ ਦੇ ਜਾਣ ਤੋਂ ਬਾਅਦ ਇਹ ਮਾਡਲ ਦਿੱਲੀ ਨੇ ਆਪਦੇ ਹਿਸਾਬ ਨਾਲ ਘੜਤਾ ਤੇ ਉਹਦੀ ਪ੍ਰਤੱਖ ਜਿਹੜੀ ਐਗਜ਼ਾਮਪਲ ਸਾਡੇ ਸਾਹਮਣੇ ਜਦੋਂ ਗ੍ਰੀਨ ਰੈਵੋਲੂਸ਼ਨ ਪੰਜਾਬ ਨੂੰ ਦੇਤਾ, ਬਹੁਤ ਵੱਡੇ ਤੇ ਮਾੜੇ ਨਤੀਜੇ ਤੇ ਸਿੱਟੇ ਸਾਡੇ ਸਾਹਮਣੇ ਆ ਉਸ ਗ੍ਰੀਨ ਰੈਵੋਲੂਸ਼ਨ ਤੇ। ਹਾਲਾਂਕਿ ਅਸੀਂ ਸਾਰੇ ਦੇਸ਼ ਨੂੰ, ਭੁੱਖੇ ਲੋਕਾਂ ਨੂੰ ਉਸ ਵੇਲੇ ਅੰਨ ਦੀ, ਮਤਲਬ ਇਹ ਗੱਲ ਆਪਾਂ ਮਿਥ ਲਈਏ, ਇਹ ਗੱਲ ਨੂੰ ਮੰਨ ਲਈਏ ਵੀ ਉਸ ਵੇਲੇ ਇੱਕ ਫੂਡ ਕ੍ਰਾਈਸਿਸ ਸੀ ਜਿਹੜਾ ਦੇਸ਼ ਕੋਲੇ ਬਹੁਤ ਵੱਡਾ ਸੀ। ਅਸੀਂ ਉਸ ਫੂਡ ਕ੍ਰਾਈਸਿਸ ਨੂੰ ਹੱਲ ਕੀਤਾ, ਪਰ ਹੱਲ ਕਰਨ ਦੇ ਨਾਲ ਨਾਲ ਸਾਡੀ ਜ਼ਮੀਨ, ਸਾਡੇ ਪਾਣੀ ਨੂੰ ਤੇ ਸਾਡੇ ਜਿਹੜੇ ਨੈਚੁਰਲ ਰਿਸੋਰਸਿਸ ਆ, ਹਵਾ, ਪਾਣੀ, ਆਬੋ ਹਵਾ, ਉਹ ਸਭ ਕੁਝ ਤਬਾਹ ਕਰ ਬੈਠੇ। ਸਾਡੇ ਕੋਲੇ ਜਿਹੜਾ ਆ ਕਾਨੂੰਨ ਆਉਣ ਤੋਂ ਪਹਿਲਾਂ ਤੱਕ ਮਾਡਲ ਸੀ, ਉਹ ਵੀ ਖੁਦਕੁਸ਼ੀਆਂ ਤੇ ਕਰਜ਼ੇ ਆ ਜਿਹੜੇ ਉਹ ਮਾਡਲ ਨੇ ਸਾਨੂੰ ਦਿੱਤੇ ਆ, ਤਾਂ ਇਸ ਕਰਕੇ ਉਹ ਵੀ ਬੜਾ ਸਿਖਾਵਾਂ ਨਹੀਂ ਸੀ। ਹੁਣ ਨਵੇਂ ਕਾਨੂੰਨ ਆ ਗਏ। ਨਵੇਂ ਕਾਨੂੰਨ ਤਾਂ ਉਦੋਂ ਵੀ ਖਤਰਨਾਕ ਆ, ਜਿੱਥੇ ਇਹਨਾਂ ਕਾਰਪੋਰੇਟ ਘਰਾਣਿਆਂ ਨੇ ਸਾਡੇ ਆ ਕੇ ਇੱਥੇ ਕੰਟਰੈਕਟ ਫਾਰਮਿੰਗ ਦੇ ਨਾਲ ਨਾਲ ਜਮਾਖੋਰੀ ਕਰਨੀ ਆ ਤੇ ਸਾਡਾ ਕਿਸਾਨਾਂ ਦਾ ਤੇ ਮਜ਼ਦੂਰਾਂ ਦਾ ਸ਼ੋਸ਼ਣ ਕਰਨਾ, ਜਿਹੜਾ ਇਹ ਤਾਂ ਸਾਡੇ ਸਾਹਮਣੇ ਆ। ਸੋ ਇਸੇ ਕਰਕੇ ਅਸੀਂ ਇਹ ਅੰਦੋਲਨ ਵਿੱਢਿਆ ਵੀ ਇਹ ਸਾਰੇ ਜਿਹੜੇ ਹਾਲਾਤ ਆ ਇਹਨਾਂ ਨੂੰ ਮੁਖਾਤਮ ਹੋ ਕੇ ਇਹਨਾਂ ਦੇ ਬਾਰੇ ਕੋਈ ਨਾ ਕੋਈ ਇਹਨਾਂ ਹਾਲਾਤਾਂ ਨੂੰ ਮੁਖਾਤਮ ਹੋ ਕੇ ਕੋਈ ਨਾ ਕੋਈ ਪੱਕੇ ਤੌਰ ਤੇ ਇੱਕ ਹੱਲ ਕੱਢਿਆ ਜਾ ਸਕੇ। ਜਦੋਂ ਅਸੀਂ ਕਿਸੇ ਪੱਕੇ ਹੱਲ ਦੀ ਗੱਲ ਕਰਦੇ ਹਾਂ ਤਾਂ ਪੱਕਾ ਹੱਲ ਉਦੋਂ ਤੱਕ ਨਹੀਂ ਨਿਕਲਣਾ ਜਦੋਂ ਤੱਕ ਪੰਜਾਬ ਸੈਂਟਰਿਕ
ਸਾਡੇ ਕੋਲੇ ਐਗਰੀਕਲਚਰਲ ਐਗਰੇਰੀਅਨ ਮਾਡਲ ਨਹੀਂ ਆ, ਪੰਜਾਬ ਕੇਂਦਰਤ ਮਾਡਲ ਨਹੀਂ ਆ, ਔਰ ਇਹ ਮਾਡਲ ਪੰਜਾਬ ਦੇ ਜਿਹੜੇ ਵਾਰਸ ਆ ਉਹਨਾਂ ਨੇ ਹੀ ਤਿਆਰ ਕਰਨਾ। ਇਹਦੀਆਂ ਪੈੜਾਂ ਜਿਹੜਾ ਮੈਂ ਕਹਿ ਰਿਹਾ 1849 ਚ ਸਾਡੇ ਕੋਲੇ ਆਪਦਾ ਇੱਕ ਆਤਮ ਨਿਰਭਰਤਾ ਦਾ ਕਿਸਾਨੀ ਦਾ ਮਾਡਲ ਸੀਗਾ, ਉਹਦੀਆਂ ਪੈੜਾਂ ਉਹਦੀਆਂ ਲੀਹਾਂ ਹਜੇ ਤੱਕ ਪਈਆਂ। ਉਹਦੇ ਉੱਤੇ ਤੇ ਅੱਜ ਦੇ ਆਧੁਨਿਕ ਯੁੱਗ ਦੇ ਅਨੁਸਾਰ ਅਸੀਂ ਇੱਕ ਨਵਾਂ ਮਾਡਲ ਘੜ ਸਕਦੇ ਹਾਂ, ਕ੍ਰੀਏਟ ਕਰ ਸਕਦੇ ਹਾਂ। ਇਸ ਗੱਲ ਖਾਤਰ ਤੁਹਾਡੀ ਸ਼ਮੂਲੀਅਤ ਬਹੁਤ ਜ਼ਿਆਦਾ ਜ਼ਰੂਰੀ ਆ। ਸੋ ਇਸੇ ਕਰਕੇ ਜਿਹੜੇ ਪੰਜਾਬ ਦੇ ਵਾਰਸ, ਜਿਹੜੇ ਪੰਜਾਬ ਦੇ ਰਾਖੇ ਕਹਿ ਲਓ ਜਾਂ ਪੰਜਾਬ ਦੇ ਦਰਦੀ, ਜਿਹੜੀਆਂ ਰੂਹਾਂ ਦੇ ਅੰਦਰ ਪੰਜਾਬ ਦਾ ਦਰਦ ਪਿਆ, ਤੁਹਾਡੇ ਸਾਰਿਆਂ ਦੇ ਸੁਝਾਅ ਤੇ ਤੁਹਾਡੇ ਸਾਰਿਆਂ ਦੇ ਸਵਾਲ ਇਹ ਭੇਜੋ, ਮੈਨੂੰ ਭੇਜੋ www.warispunjab.org ਤੇ ਆਪਾਂ ਇੱਕ ਕਿਸਾਨੀ ਦਾ ਜਿਹੜਾ ਇੰਡੀਪੈਂਡੈਂਟ ਪੰਜਾਬ ਦਾ ਮਾਡਲ ਆ ਉਹਦੀ ਖਾਤਰ ਇੱਕ ਮਾਹੌਲ ਸਿਰਜ ਸਕੀਏ, ਇੱਕ ਪਲੇਟਫਾਰਮ ਸਿਰਜ ਸਕੀਏ ਜਿੱਥੇ ਅਸੀਂ ਗੱਲਬਾਤ ਰਾਹੀਂ ਉਹ ਕ੍ਰੀਏਟ ਕਰ ਸਕੀਏ। ਅੱਛਾ, ਹੁਣ ਜਿਹੜੇ ਮਾਡਲ ਦੀ ਆਪਾਂ ਗੱਲ ਕਰਦੇ ਆ, ਇਹਨੂੰ ਆਪਾਂ ਕ੍ਰੀਏਟ ਕਰ ਲਾਂਗੇ, ਇਹਨੂੰ ਲਾਗੂ ਕਰਾਉਣ ਵਾਸਤੇ ਸਾਡੇ ਕੋਲੇ ਸਾਡੇ ਫੈਸਲੇ ਲੈਣ ਦੇ ਹੱਕ ਚਾਹੀਦੇ ਆ। ਇਸ ਕਰਕੇ ਉੱਥੇ ਖੁਦਮੁਖਤਿਆਰੀ ਆ ਜਾਂਦੀ ਆ। ਸੋ ਖੁਦਮੁਖਤਿਆਰੀ ਜੇ ਸਪੇਸ ਨਹੀਂ ਆ ਤਾਂ ਫਿਰ ਇੱਕ ਪੋਲੀਟੀਕਲ ਸਟਰਗਲ ਕਰੋ, ਪੰਜਾਬ ਕੋਲੇ ਖੁਦਮੁਖਤਿਆਰੀ ਦੀ ਫੈਡਰਲ ਸਟਰਕਚਰ ਦੀ ਮੰਗ ਕਰੋ। ਸੋ ਇਹਦੇ 'ਚ ਆਪਾਂ ਕਿਸਾਨੀ ਦੇ ਮਸਲੇ ਤੋਂ ਬਾਹਰ ਕਿੱਥੇ ਆ, ਇੱਕ ਡੈਮੋਕ੍ਰੈਟਿਕ ਵੇ 'ਚ ਬੜੇ ਹੀ ਪੀਸਫੁਲ ਇੱਕ ਰੈਜ਼ਿਸਟੈਂਸ, ਇੱਕ ਪੈਸਿਵ ਰੈਜ਼ਿਸਟੈਂਸ ਆਪਾਂ ਰਨ ਕਰ ਰਹੇ ਹਾਂ। ਸ਼ੰਭੂ ਤੋਂ ਜਦੋਂ ਕੋਈ ਜਾਮ ਲੱਗਦਾ ਆਪਾਂ ਜਾਮ ਖੜਾ ਦਿੰਨੇ ਆ, ਕੋਈ ਸੜਕ ਰੋਕਦਾ, ਕੋਈ ਹੋਰ ਕਿਸੇ ਤਰ੍ਹਾਂ ਦੀ ਗੱਲਬਾਤ ਹੁੰਦੀ ਆ, ਉਹ ਸਿਚੁਏਸ਼ਨ ਨੂੰ ਹੈਂਡਲ ਕਰਦੇ ਆ। ਸੋ ਵਿਦਿਨ ਦ ਡੋਮੇਨ ਆਫ ਕਨਸਟੀਟਿਊਸ਼ਨ ਇੱਕ ਡੈਮੋਕ੍ਰੈਟਿਕ ਵੇ 'ਚ ਆਪਾਂ ਆਪਦਾ ਸੰਘਰਸ਼ ਲੜ ਰਹੇ ਹਾਂ। ਕਿਸਾਨੀ ਕੇਂਦਰਿਤ ਜਿਹੜਾ ਤੁਸੀਂ ਇਹ ਕਹਿ ਲਓ ਵੀ ਐਗਰੀਕਲਚਰਲ ਸੈਂਟਰਿਕ ਆਪਣਾ ਸੰਘਰਸ਼ ਆ, ਉਹ ਤੋਂ ਪਾਸੇ ਤਾਂ ਹੋ ਹੀ ਨਹੀਂ ਰਹੇ। ਜਦੋਂ ਅਸੀਂ ਇੰਡੀਪੈਂਡੈਂਟ ਇੱਕ ਕਿਸਾਨੀ ਦੇ ਇਹੋ ਜਿਹੇ ਮਾਡਲ ਦੀ ਗੱਲ ਕਰ ਰਹੇ ਹਾਂ ਜਿੱਥੇ ਕਿਸਾਨਾਂ ਤੇ ਮਜ਼ਦੂਰਾਂ ਲਈ ਉਹ ਲਾਹੇਵੰਦ ਹੋਵੇ, ਫਿਰ ਸਾਡਾ ਸੰਘਰਸ਼ ਕੁਝ ਹੋਰ ਕਿਵੇਂ ਹੋ ਗਿਆ। ਸੋ ਇਹਨਾਂ ਗੱਲਾਂ ਨੂੰ ਸਮਝੀਏ। ਗੱਲਾਂ ਜਾਂ ਤਾਂ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਮੰਝੇ ਹੋਏ ਜਾਂ ਪੁਰਾਣੇ ਪੋਲੀਟੀਸ਼ੀਅਨ ਆ ਪੰਜਾਬ ਦੇ, ਮੈਂ ਉਹਨਾਂ ਨੂੰ ਹੱਥ ਵੱਢ ਕੇ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ, ਕਿਉਂਕਿ ਮੈਂ ਇਹੀ ਕਹਿ ਰਿਹਾ ਵੀ ਤੁਹਾਡੇ ਸਾਰੇ ਤਾਨੇ ਮਿਹਣੇ ਸਿਰ ਮੱਥੇ ਜੋ ਮਰਜ਼ੀ ਕਹਿ ਲਓ, ਮੈਨੂੰ ਹੁਣ ਕੋਈ ਫਰਕ ਨਹੀਂ ਪੈਂਦਾ। RSS ਦਾ ਬੰਦਾ ਜਾਂ ਫਲਾਣੇ ਗੱਲ ਕਰ ਰਿਹਾ ਜਾਂ ਕਿੱਧਰ ਨੂੰ ਲਿਜਾ ਰਿਹਾ, ਕਿਸੇ ਹੋਰ ਪਾਸੇ ਨਹੀਂ ਲਿਜਾ ਰਹੇ। ਹਜੇ ਆਪਾਂ ਕਿਸਾਨੀ ਤੇ ਹੀ ਖੜੇ ਆ। ਪੰਜਾਬ ਸੈਂਟਰਿਕ ਮਾਡਲ ਕ੍ਰੀਏਟ ਕਰਨ ਵਾਸਤੇ ਇਹ ਗੱਲ ਆਪਾਂ ਸਟਾਰਟ ਕਰ ਲਈ ਆ। ਇਸੇ ਕਰਕੇ ਆਪਾਂ ਵੈਬਸਾਈਟ ਬਣਾਈ ਆ। ਤੁਹਾਨੂੰ ਕੁਝ ਦਿਨਾਂ 'ਚ WhatsApp ਨੰਬਰ ਵੀ ਦੇਵਾਂਗੇ ਜਿੱਥੇ ਤੁਸੀਂ ਆਪਦੇ ਸੁਝਾਅ ਤੇ ਸਵਾਲ ਭੇਜ ਸਕਦੇ ਹੋ। ਨਾਲ ਦੀ ਨਾਲ ਮੈਂ ਇਹ ਕਹਿ ਰਿਹਾ ਬੜੇ ਡੈਮੋਕ੍ਰੈਟਿਕ ਵੇ 'ਚ ਇਹ ਸੰਘਰਸ਼ ਲੜਿਆ ਜਾ ਰਿਹਾ, ਇਹਨੂੰ ਹੋਰ ਪਾਸੇ ਨਾ ਲੈ ਕੇ ਜਾਈਏ। ਕਈ ਵਾਰੀ ਤੁਹਾਡੀ ਆਦਤ ਹੁੰਦੀ ਆ ਇਹ ਵੀ ਇਸ ਸਾਰੇ ਸੰਘਰਸ਼ ਨੂੰ ਕਿਸੇ ਹੋਰ ਪਾਸੇ ਨੂੰ ਲਿਜਾਣ ਵਾਸਤੇ ਜਾਂ ਪ੍ਰਵੋਕ ਕਰਦੇ ਹੋ, ਜਦੋਂ ਅਟੈਕ ਕਰਕੇ ਪਰਸਨਲ ਅਟੈਕ ਕਰਕੇ ਪ੍ਰਵੋਕ ਕਰਦੇ ਹੋ, ਪ੍ਰੋਵੋਕੇਸ਼ਨ 'ਚ ਤੁਹਾਨੂੰ ਐਂ ਲੱਗਦਾ ਵੀ ਮੈਂ ਵਾਪਸ ਤੁਹਾਡੇ ਤੇ ਕੋਈ ਗੱਲਬਾਤ ਕਰੂੰਗਾ। ਨਾ ਤਾਂ ਮੈਂ ਗੱਲਬਾਤ ਕਰਾਂ ਜੀ, ਤੇ ਨਾ ਮੈਂ ਤੁਹਾਡਾ ਵਿਰੋਧ ਕਰਾਂ, ਨਾ ਹੀ ਇਹ ਕਹਾਂ ਵੀ ਆਪਸ 'ਚ ਆਪਾਂ ਉਹ ਇੱਕ ਦੂਜੇ ਦੀਆਂ ਲੱਤਾਂ ਖਿੱਚ ਗਏ। ਇਹਨਾਂ ਗੱਲਾਂ 'ਚ ਕੋਈ ਮੈਨੂੰ ਜ਼ਿਆਦਾ ਵੀ ਅਸੀਂ ਆਪਸ 'ਚ ਉਲਝਦੇ ਰਹੀਏ, ਮੈਨੂੰ ਜ਼ਿਆਦਾ ਇਹਦੇ 'ਚ ਕੋਈ ਬਾਹਲੀ ਵਧੀਆ ਗੱਲ ਨਹੀਂ ਲੱਗਦੀ। ਸੋ ਗੱਲ ਇਹ ਆ ਵੀ ਅੱਜ ਦਿੱਲੀ ਨਾਲ ਲੜ ਰਹੇ ਆ, ਦਿੱਲੀ ਸਰਕਾਰ ਨਾਲ, ਕੇਂਦਰ ਸਰਕਾਰ ਨਾਲ ਸਾਡੀ ਲੜਾਈ ਆ। ਔਰ ਲੜਾਈ ਕੀ ਆ ਵੀ ਹੁਣ ਪੰਜਾਬ ਕੋਲੇ ਅਸੀਂ ਜੇ ਕਹੀਏ ਵੀ ਆਹ 3 ਕਾਨੂੰਨ ਵਾਪਸ ਲੈ ਲਓ, ਤਾਂ ਪਹਿਲਾਂ ਵਾਲਾ ਜਿਹੜਾ ਕਾਨੂੰਨ ਸੀ ਉਹਨੇ ਸਾਨੂੰ ਖੁਦਕੁਸ਼ੀਆਂ ਤੇ ਕਰਜ਼ੇ ਦਿੱਤੇ ਆ, ਉਹ ਵੀ ਬਾਹਲਾ ਸਿਖਾਵਾਂ ਨਹੀਂ ਆ। ਇਸ ਕਰਕੇ ਪੰਜਾਬ ਕੋਲੇ ਇੱਕ ਆਪਦਾ ਇੰਡੀਪੈਂਡੈਂਟ ਮਾਡਲ ਜਦੋਂ ਤੱਕ ਕਿਸਾਨੀ ਦਾ ਨਹੀਂ ਹੋਊਗਾ, ਸਾਡੇ ਮਸਲੇ ਨਹੀਂ ਹੱਲ ਹੋਣੇ, ਪੂਰਨ ਤੌਰ ਤੇ ਹੱਲ ਨਹੀਂ ਹੋਣੇ। ਇਹ ਲੜਾਈ ਆਪਾਂ ਲੜਨੀ ਆ, ਇਹ ਸੰਘਰਸ਼ ਆਪਾਂ ਲੜਨਾ। ਉਹ ਆਪਾਂ ਮਾਡਲ ਤਿਆਰ ਕਰ ਰਹੇ ਹਾਂ ਰਲ ਮਿਲ ਕੇ। ਪੰਜਾਬ 'ਚ ਜਿੰਨੇ ਜਿੱਥੇ ਜਿਹੜੇ ਫੀਲਡ 'ਚ ਕੋਈ ਬੰਦਾ ਬੈਠਾ ਜਿਹੜਾ ਉਹਦੇ 'ਚ ਸੁਝਾਅ ਦੇ ਸਕਦਾ, ਕੋਈ ਆਪਦਾ ਯੋਗਦਾਨ ਪਾ ਸਕਦਾ, ਉਹ ਸਾਰੇ ਆਪਾਂ ਰਲ ਕੇ ਯੋਗਦਾਨ ਪਾਈਏ, ਇਕੱਠੇ ਹੋ ਕੇ ਉਹ ਮਾਡਲ ਤਿਆਰ ਕਰੀਏ ਤੇ ਉਹਨੂੰ ਲਾਗੂ ਕਰਾਉਣ ਵਾਸਤੇ ਆਪਣਾ ਸੰਘਰਸ਼ ਆਪਾਂ ਲੜੀਏ। ਇੰਨੀਆਂ ਕੁ ਬੇਨਤੀਆਂ ਮੈਂ ਕਰਨੀਆਂ ਸੀ। ਬਾਕੀ ਤੁਸੀਂ ਜਿਉਂਦੇ ਵਸਦੇ ਰਹੋ। ਬਹੁਤ ਸਾਰਾ ਪਿਆਰ ਸਤਿਕਾਰ ਤੇ ਆਪਾਂ ਪੰਜਾਬ